ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਾਧ ਸੰਗਤ ਜੀਓ, ਸੰਗਤ ਰੂਪ ਵਿੱਚ ਜੁੜ ਕੇ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ। ਸਤਿਗੁਰਾਂ ਦੇ ਉਪਦੇਸ਼ ਨੂੰ ਸਮਝੀਏ, ਮੰਨੀਏ, ਕਮਾਉਣ ਦੀ ਕੋਸ਼ਿਸ਼ ਕਰੀਏ। ਆਪਾਂ ਵਿਚਾਰ ਰਹੇ ਹਾਂ ਆਸਾ ਰਾਗ ਦੇ ਵਿੱਚ ਮਹੱਲੇ ਚੌਥੇ ਦੀ ਬਾਣੀ ਦੀ ਕੱਲ ਆਪਾਂ ਵਿਚਾਰ ਕੀਤੀ ਸੀ। ਅਖੀਰਲਾ ਸ਼ਬਦ ਆਪਾਂ ਵਿਚਾਰਿਆ ਸੀ। ਸਤਿਗੁਰੂ ਜੀ ਸਮਝਾਉਂਦੇ ਸੀ ਕਿ ਜਦੋਂ ਮੇਰਾ ਮਨ ਦੇ ਵਿੱਚ ਇੰਨਾ ਵੈਰਾਗ ਸੀ ਕਿ ਬਿਲਕ ਰਿਹਾ ਸੀ ਉਸ ਪ੍ਰਭੂ ਦੇ ਦਰਸ਼ਨਾਂ ਦੇ ਵਾਸਤੇ। ਹਮਰਾ ਮਨ ਵੈਰਾਗ ਬਿਰਕਤ ਪਇਓ ਹਰ ਦਰਸ਼ਨ ਮੀਤ ਕੈ ਤਾਈ। ਜੈਸੇ ਅਲ ਕਮਲਾ ਬਿਨ ਰਹਿ ਨਾ ਸਕੈ ਤੈਸੇ ਮੋਏ ਹਰ ਬਿਨ ਰਹਿ ਨਾ ਜਾਈ। ਜਿਵੇਂ ਭੌਰਾ ਹੈ ਕਮਲ ਦੇ ਫੁੱਲ ਦੀ ਸੁਗੰਧੀ ਤੋਂ ਬਿਨਾਂ ਨਹੀਂ ਰਹਿੰਦਾ, ਇੱਦਾਂ ਅਸੀਂ ਵੀ ਉਸ ਪ੍ਰਭੂ ਦੇ ਦਰਸ਼ਨਾਂ ਤੋਂ ਬਿਨਾਂ ਰਹਿ ਨਹੀਂ ਸੀ ਸਕਦੇ। ਰਾਖ ਸਨ ਜਗਦੀਸ਼ਰ ਪਿਆਰੇ ਮੋਹਿ ਸਰਦਾ ਪੂਰ ਹਰ ਗੁਸਾਈ। ਫਿਰ ਪਰਮੇਸ਼ਰ ਨੇ ਆਪ ਆਪਣੀ ਸ਼ਰਨ ਦੇ ਵਿੱਚ ਰੱਖਿਆ। ਮੇਰੀ ਜਿਹੜੀ ਸ਼ਰਧਾ ਸੀ ਉਹ ਪੂਰੀ ਕੀਤੀ, ਮੇਰੀ ਆਸ ਪੂਰੀ ਕੀਤੀ ਪਰਮੇਸ਼ਰ ਨੇ। ਜਨ ਨਾਨਕ ਕੇ ਮਨ ਆਨੰਦ ਹੋਤ ਹੈ ਹਰ ਦਰਸ਼ਨ ਨੇ ਮੁਖ ਦਿਖਾਈ। ਹਰੀ ਨੇ ਦਰਸ਼ਨ ਦਿੱਤੇ ਤੇ ਫਿਰ ਸਾਡੇ ਮਨ ਦੇ ਵਿੱਚ ਆਨੰਦ ਪ੍ਰਾਪਤ ਹੋਇਆ। ਇੱਕ ਨਿਮਖ ਦਰਸ਼ਨ ਹੀ ਪ੍ਰਭੂ ਦਾ ਸਾਡੇ ਜੀਵਨ ਨੂੰ ਸਫਲ ਕਰ ਦਿੰਦਾ ਹੈ। ਜਦੋਂ ਪਹਿਚਾਨ ਹੋ ਜਾਂਦੀ ਹੈ ਫਿਰ ਹਰ ਸਮੇਂ ਸਾਡੇ ਸਾਹਮਣੇ ਹੈ, ਕਦੇ ਵਿਸਰਦਾ ਨਹੀਂ ਹੈ, ਕਿਉਂਕਿ ਸ਼ਰਧਾ ਵੀ ਆਪ ਲਾਉਂਦਾ ਹੈ ਤੇ ਸ਼ਰਧਾ ਨੂੰ ਪੂਰੀ ਵੀ ਆਪ ਹੀ ਕਰਦਾ ਹੈ। ਫਿਰ ਉਹ ਜੀਵ ਉਸ ਪ੍ਰਭੂ ਦੇ ਬਾਰੇ ਦੂਜੇ ਜੀਵਾਂ ਨੂੰ ਦੱਸਦਾ ਹੈ। ਇੱਥੇ ਤੱਕ ਆਪਾਂ ਕੱਲ ਵਿਚਾਰ ਕੀਤੀ ਸੀ। ਆਓ ਅਗਲਾ ਸ਼ਬਦ ਰਾਗ ਆਸਾ ਘਰ ਦੂਜਾ ਮਹੱਲਾ ਪੰਜਵਾਂ। ਆਸਾ ਰਾਗ ਦੇ ਵਿੱਚ ਮਹੱਲੇ ਪੰਜਵੇਂ ਦਾ ਸ਼ਬਦ ਹੈ ਘਰ ਦੂਜਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਓੰਕਾਰ ਜੋ ਗਿਆਨ ਹੈ ਉਹੀ ਸੱਚਾ ਗਿਆਨ ਹੈ, ਉਹਦੀ ਕਿਰਪਾ ਸਦਕਾ ਹੀ ਸਤਿਗੁਰ ਪ੍ਰਸਾਦ। ਪਰ ਕੌਣ ਦਿੰਦਾ? ਆਪ ਇਹ ਸਾਨੂੰ ਗਿਆਨ ਦਿੰਦਾ ਹੈ। ਉਸ ਦੀ ਕਿਰਪਾ ਸਦਕਾ ਹੀ ਫਿਰ ਸਾਨੂੰ ਇਹ ਸਾਰਾ ਸੋਝੀ ਆਉਂਦੀ ਹੈ। ਔਰ ਰਹੋ ਪੰਕਤੀਆਂ ਨੇ ਸ਼ਬਦ ਦੀਆਂ। ਐਸਾ ਦੇਖ ਬਿਮੋਹਤ ਹੋਏ ਸਾਧਿਕ ਸਿੱਧ ਸੁਰਦੇਵ ਮਨੁੱਖਾ ਬਿਨ ਸਾਧੂ ਸਭ ਤਰੋਹਣ ਤੋਹੇ। ਮਾਇਆ ਹੈ ਜਿਹੜੀ, ਮਾਇਆ ਦੀ ਗੱਲ ਹੈ। ਮਾਇਆ ਬਹੁਤ ਪ੍ਰਕਾਰ ਦੀ ਹੈ। ਵੱਖਰੇ ਵੱਖਰੇ ਰੂਪਾਂ ਦੇ ਵਿੱਚ ਮਾਇਆ ਸਾਨੂੰ ਸਾਡੇ ਨਾਲ ਧਰੋਹ ਕਮਾਉਂਦੀ ਹੈ, ਸਾਨੂੰ ਆਪਣੇ ਜਾਲ ਦੇ ਵਿੱਚ ਫਸਾਉਂਦੀ ਹੈ। ਸਾਰਾ ਸੰਸਾਰ ਹੀ ਇਸ ਨੂੰ ਦੇਖ ਕੇ ਮੋਹਿਆ ਜਾਂਦਾ ਹੈ। ਐਸਾ ਦੇਖ ਬਿਮੋਹਤ ਹੋਏ, ਮੋਹ ਦੇ ਵਿੱਚ ਫਸ ਗਏ ਦੇਖ ਕੇ। ਸਾਧਿਕ ਸਿੱਧ ਸੁਰਦੇਵ ਮਨੁੱਖਾ, ਚਾਹੇ ਸਾਧਿਕ ਨੇ ਸਿੱਧ ਨੇ, ਸਾਧਨਾ ਕਰਨ ਵਾਲੇ ਆਪਣੇ ਤਨ ਦੁਆਰਾ, ਸਿੱਧੀਆਂ ਵਾਲੇ ਜਾਂ ਦੇਵਤੇ ਸੁਰਦੇਵ ਮਨੁੱਖ, ਬਿਨ ਸਾਧੂ ਸਭ ਤਰੋਹਣ ਤਰੋਹੇ। ਕਿ ਸਾਧੂ ਤੋਂ ਬਿਨਾਂ ਸਾਰੇ ਹੀ ਇਹਦੇ ਧਰੋਹ ਦੇ ਵਿੱਚ ਤਰੋਹੇ ਜਾਂਦੇ ਨੇ। ਸਾਰਿਆਂ ਨੂੰ ਧਰੋਹ ਨਾਲ ਧਰੋਹ ਕਮਾਉਂਦੀ ਹੈ ਇਹ।
ਮਾਇਆ ਜਿਹੜੀ ਹੈ। ਪਰ ਮਾਇਆ ਬਹੁਤ ਪ੍ਰਕਾਰ ਦੀ ਹੈ। ਮਾਇਆ ਪੈਸੇ ਦੇ ਰੂਪ ਵਿੱਚ ਹੈ, ਮਾਇਆ ਰਾਜ ਭਾਗ ਦੇ ਰੂਪ ਦੇ ਵਿੱਚ ਹੈ, ਮਾਇਆ ਜੋਬਨ ਦੇ ਰੂਪ ਵਿੱਚ ਹੈ, ਮਾਇਆ ਜਾਤ ਦੇ ਰੂਪ ਵਿੱਚ ਹੈ, ਮਾਇਆ ਪਰਿਵਾਰ ਦੇ ਰੂਪ ਵਿੱਚ ਹੈ, ਮਾਇਆ ਸੰਸਾਰਕ ਵਡਿਆਈਆਂ ਦੇ ਰੂਪ ਦੇ ਵਿੱਚ ਹੈ। ਬਹੁਤ ਤਰ੍ਹਾਂ ਦੀ ਮਾਇਆ ਹੈ ਜਿਹੜੀ ਜੀਵਾਂ ਨੂੰ ਕਿਤੇ ਨਾ ਕਿਤੇ ਫਸਾ ਲੈਂਦੀ ਹੈ। ਕੋਈ ਕਿੰਨਾ ਹੀ ਇਸ ਤੋਂ ਬਚਣ ਦੀ ਕੋਸ਼ਿਸ਼ ਕਰੇ, ਸਾਧੂ ਤੋਂ ਬਿਨਾਂ ਹਰ ਇੱਕ ਦੇ ਨਾਲ ਇਤਰੋ ਕਮਾ ਲੈਂਦੀ ਹੈ। ਇਹ ਰਹੋ ਪੰਕਤੀਆਂ ਨੇ ਸ਼ਬਦ ਦੀਆਂ। ਆਓ ਹੁਣ ਆਪਾਂ ਸ਼ਬਦ ਵਿਚਾਰਦੇ ਹਾਂ। ਕਿਵੇਂ ਸਮਝਾਉਂਦੇ ਨੇ, ਜਿਨ ਲਾਈ ਪ੍ਰੀਤ ਸੋਈ ਫਿਰ ਖਾਇਆ। ਜਿਹੜਾ ਮਾਇਆ ਨਾਲ ਪ੍ਰੀਤ ਪਾਉਂਦਾ ਹੈ, ਕਿਸੇ ਵੀ ਤਰ੍ਹਾਂ ਦੀ ਮਾਇਆ ਹੈ, ਉਸੇ ਨੂੰ ਇਹ ਖਾ ਲੈਂਦੀ ਹੈ, ਉਸੇ ਨੂੰ ਨਿਕਲ ਜਾਂਦੀ ਹੈ। ਮਾਇਆ ਮਮਤਾ ਮੋਹਣੀ, ਜਿਨ ਬਿਨ ਦੰਤਾ ਜਗ ਖਾਇਆ। ਮਨਮੁਖ ਖਾਦੇ ਗੁਰਮੁਖ ਉਭਰੈ, ਜਿਨ੍ਹਾਂ ਸੱਚ ਨਾਮ ਚਿਤ ਲਾਇਆ। ਜਿਹੜੇ ਸੱਚੇ ਨਾਮ ਦੇ ਵਿੱਚ ਚਿੱਤ ਜੋੜ ਲੈਂਦੇ ਉਹ ਉਭਰਦੇ ਨੇ। ਗੁਰਮੁਖ ਮਨਮੁਖਾਂ ਨੂੰ ਖਾ ਜਾਂਦੀ ਹੈ। ਸਾਰਾ ਸੰਸਾਰ ਹੀ ਮਾਇਆ ਨੇ ਖਾਧਾ ਹੈ। ਮਾਇਆ ਹੋਈ ਨਾਗਣੀ, ਰਹੀ ਜਗਤ ਲਪਟਾਏ। ਇਸ ਦੀ ਜੋ ਸੇਵਾ ਕਰੇ, ਤਿਸ ਹੀ ਕੋ ਫਿਰ ਖਾਏ। ਇਸ ਕਰਕੇ ਸਮਝਾਉਂਦੇ ਨੇ ਕਿ ਜਿਹਨੇ ਵੀ ਇਸ ਦੇ ਨਾਲ ਪ੍ਰੀਤ ਲਾਈ, ਉਸੇ ਨੂੰ ਇਹ ਖਾ ਗਈ। ਕਿਉਂਕਿ ਸਰਪਣੀ ਹੈ, ਜਿਵੇਂ ਸਰਪਣੀ ਆਪਣੇ ਬੱਚਿਆਂ ਨੂੰ ਵੀ ਖਾ ਜਾਂਦੀ ਹੈ, ਇਸ ਕਰਕੇ ਮਾਇਆ ਜਿਹੜੀ ਸਰਪਣੀ ਦੀ ਤਰ੍ਹਾਂ ਹੈ। ਜਿਹੜਾ ਇਸ ਦੇ ਨਾਲ ਪ੍ਰੀਤ ਪਾਉਂਦਾ ਉਸੇ ਨੂੰ ਖਾ ਜਾਂਦੀ ਹੈ। ਜਿਨ ਸੁਖ ਵਠਾਲੀ, ਤਿਸ ਭਉ ਬਹੁਤ ਦਿਖਾਈ। ਜਿਹਨੇ ਵੀ ਇਸ ਨੂੰ ਆਦਰ ਮਾਣ ਦਿੱਤਾ, ਉਸ ਨੂੰ ਇਹ ਫਿਰ ਡਰਾਉਂਦੀ ਰਹੀ। ਮਾਇਆ ਹੈ, ਜੀਵ ਡਰਦਾ ਰਹਿੰਦਾ ਹੈ ਕਿਤੇ ਮੇਰੇ ਤੋਂ ਆਹ ਚੀਜ਼ ਨਾ ਖੁੱਸ ਜਾਵੇ, ਮੇਰੇ ਨਾਲ ਇਹ ਨਾ ਹੋ ਜਾਵੇ। ਜੇ ਰਾਜ ਮਿਲ ਗਿਆ, ਰਾਜ ਨਾ ਖੁੱਸ ਜਾਵੇ। ਜੇ ਸਰੀਰ ਦਾ ਰਹਿੰਦਾ ਹੈ ਕਿ ਸਰੀਰ ਨਾ ਮੇਰਾ ਨਾਸ ਹੋ ਜਾਵੇ, ਮੌਤ ਨਾ ਆ ਜਾਵੇ, ਮਾਇਆ ਨਾ ਖੁੱਸ ਜਾਵੇ। ਮਤਲਬ ਹਰ ਇੱਕ ਚੀਜ਼ ਜਿਹੜੀ, ਕਿਉਂਕਿ ਮਾਇਆ ਨਾਸਵਾਨ ਹੈ। ਕਿਸੇ ਕੋਲ ਕਿਡਨੀ ਹੋ ਜਾਵੇ, ਉਹਨੂੰ ਹਰ ਵਕਤ ਇਹ ਡਰ ਰਹਿੰਦਾ ਕਿ ਮੇਰੇ ਤੋਂ ਕਿਤੇ ਚਲੀ ਨਾ ਜਾਵੇ। ਡਰਾਉਂਦੀ ਰਹਿੰਦੀ ਹੈ, ਉਨਾ ਹੀ ਜੀਵ ਡਰਦਾ ਹੈ। ਜਿਹ ਗ੍ਰਹਿ ਬਹੁਤੀ, ਤਿਹ ਗ੍ਰਹਿ ਚਿੰਤਾ। ਜਿਹ ਗ੍ਰਹਿ ਥੋੜੀ, ਫਿਰੈ ਪਰਮੰਤਾ। ਜਿਹੜੇ ਘਰ ਥੋੜੀ ਹੈ, ਉਹ ਇਸ ਨੂੰ ਇਕੱਠੀ ਕਰਨ ਨੂੰ ਭਰਮ ਦੇ ਵਿੱਚ ਪਿਆ ਹੋਇਆ ਰਹਿੰਦਾ ਹੈ। ਜਿਹਦੇ ਕੋਲ ਜ਼ਿਆਦਾ ਹੈ, ਉਸ ਨੂੰ ਇਹ ਚਿੰਤਾ ਲੱਗੀ ਰਹਿੰਦੀ ਕਿ ਮੇਰੇ ਤੋਂ ਖੁੱਸ ਨਾ ਜਾਵੇ। ਦੋਹੋਂ ਵਿਵਸਥਾ ਤੇ ਜੋ ਮੁਕਤਾ। ਜਿਹੜਾ ਦੋਨਾਂ ਵਿਵਸਥਾ ਤੋਂ ਮੁਕਤਾ ਹੈ, ਸੋਈ ਸੁਹੇਲਾ ਪਾਲੀਏ। ਕਹਿੰਦੇ ਉਹੀ ਸੁਹੇਲਾ ਹੈ, ਜਿੰਨੀ ਕੁ ਹੈ ਉਸ ਤੇ ਸੰਤੁਸ਼ਟ ਹੈ, ਚਾਹੇ ਥੋੜੀ ਹੈ ਚਾਹੇ ਬਹੁਤੀ ਹੈ। ਕਿਉਂਕਿ ਇਹ ਸਾਡੀ ਪ੍ਰਲੱਭਤ ਹੈ। ਸਾਡੀ ਪ੍ਰਭੂ ਨੇ ਜੈਸੀ ਪ੍ਰਲੱਭਤ ਪਾਈ ਹੈ, ਉਹ ਜੀ ਸਾਡੇ ਕੋਲ ਆਉਂਦੀ ਹੈ। ਤੇ ਪਰਮੇਸ਼ਰ ਹੈ, ਬੇਅੰਤ ਹੈ। ਕਿਸੇ ਨੂੰ ਮਿੰਟ ਦੇ ਵਿੱਚ ਅਮੀਰ ਕਰ ਦਿੰਦਾ ਹੈ, ਕਿਸੇ ਨੂੰ ਅਮੀਰ ਤੋਂ ਗਰੀਬ ਕਰ ਦਿੰਦਾ ਹੈ, ਕਿਸੇ ਰਾਜੇ ਨੂੰ ਰੰਕ ਬਣਾ ਦਿੰਦਾ ਹੈ ਤੇ ਰੰਕ ਨੂੰ ਰਾਜਾ ਬਣਾ ਦਿੰਦਾ ਹੈ। ਕਿਉਂਕਿ ਪ੍ਰਭੂ ਨੇ ਖੇਲ ਹੀ ਕੈਸਾ ਰਚਿਆ ਹੈ। ਇਸ ਕਰਕੇ ਜਿਹਨੇ ਇਹ ਰਚੀ ਹੈ, ਉਸ ਨੂੰ ਅਸੀਂ ਨਹੀਂ ਜਾਣਿਆ। ਸਾਰਾ ਸੰਸਾਰ ਇੱਥੇ ਹਾਰ ਜਾਂਦਾ ਹੈ। ਜੀਵਨ ਬਾਰੇ ਸਮਝਾਉਂਦੇ ਨੌਵੇਂ ਪਾਤਸ਼ਾਹ ਜੀ, ਹਰ ਕੀ ਗਤ ਨਹੀਂ ਕੋ ਜਾਣੈ। ਜੋਗੀ ਜਤੀ ਤਪੀ ਪਚਹਾਰੇ, ਅਰਬੋ ਲੋਕ ਸਿਆਣੇ। ਕਹਿੰਦੇ ਜਤੀ ਤਪੀ ਜੋਗੀ ਬਹੁਤ ਸਿਆਣੇ ਸਿਆਣੇ ਲੋਕ ਪਚ ਗਏ, ਪਰ ਹਰੀ ਦੀ ਗਤ ਨਹੀਂ ਜਾਣ ਸਕੇ। ਛਿਨ ਮੈਂ ਰੋ ਰੰਕ ਕੋ ਕਰੀ। ਕਹਿੰਦੇ ਇੱਕ ਛਿਨ 'ਚ ਰਾਜਾ ਬਣਾ ਦਿੰਦੀ ਰੰਕ ਨੂੰ। ਰੋ ਰੰਕ ਕਰ ਡਾਰੇ, ਰਾਜੇ ਨੂੰ ਰੰਕ ਬਣਾ ਦਿੰਦੀ ਹੈ। ਰੀਤੇ ਭਰੇ, ਖਾਲੀਆਂ ਨੂੰ ਭਰ ਦਿੰਦੀ। ਭਰੇ ਸਖਨਾਵੇ, ਭਰਿਆਂ ਨੂੰ ਸਖਣੇ ਕਰ ਦਿੰਦੀ, ਖਾਲੀ ਕਰ।
कर देंदा है मालक। जे ताको व्यवहार, ये प्रभु दी रीत है। अपनी माया आप पसारी, अपनी माया आप पसारी है। आपे देखण हारा, नाना रूप तरे बहु रंगी। बहुत तरह के रंगां दे विच माया है। प्रभु ने सब ते रहे न्यारा, पर आप न्यारा है इस तो। अगनत अपार अलख निरंजन, कहते आप अगनत है, अलख है, अपार है, माया तो रहत है। जे सब जग परमायो, सारा जग इहदा परम च पाया है प्रभु ने। सगल परम तज नानक प्राणी, चरण ताहे चित लायो। पर सानू समझाउंदे सतगुरु जी कि तुसी सारे परम छड़ दिओ। तुसी जिन्हें ये माया पैदा की है उस दे नाल चित जोड़ लो, क्योंकि उसे दी ये लाई हुई चोरटी है माया, उसे दी लाई हुई ठगौरी है। जे तुसी उसनू पहचान लिया, फिर ये जिहड़ी माया सानू ठगदी है ये नहीं ठगेगी। क्योंकि माया बहुत तरह नाल आउंदी। बाबा कबीर जी भी समझाउंदे ने कि मेरे कोल बड़े भेस करके आई माया, पर सानू अपने गुरु ने रख लिया ते माया नू आदेश कर दिता कि तू मेरे भगतां दे नेड़े नहीं आउणा। की समझाउंदे ने, कबीर आई मुझे पै, अनेक करे कर भेस, हम राखे गुर अपने उन कीनो आदेश। सो इस तरीके नाल सानू समझाउंदे ने भी जिसने भी इस दे नाल प्यार पाया, जिसने भी इसनू आदर मान दिता, उसे नू इसने डराउणा शुरू कर दिता। जिस इनू प्रीत पाई उसनू ये खा गई। भाई मीत कुटुंब देख विवादे, चाहे भाई है, मित्र है, परिवार है, सारे परिवार दे विच इन्हें झगड़ा करवाया है। झगड़ा करवाउंदी है माया। हम आई बसकत गुर प्रसादे, पर कहते मेरे बस विच आ गई, साडे बस विच आ गई। आई किमें? गुर दी किरपा दे नाल। गुर ने साडी रखिया कीती, उस तो सानू साडे बस विच कर दिती। एक फिर है उदासी, तीन काम व्यापे। एक उदासी घर छड्ड के चले जाते ने, फिर काम व्यापता रहिंदा क्योंकि सारे माया है, बहुत तरह की है। एक संचय गिरही, तीन होए ना आपे। एक गृहस्थी ने, क्योंकि वो तो फिर आप ही माया दे विच फस जाते, क्योंकि माया का खेड़ है। सारे जिहड़े घर बार छड्ड देंदे उन्हां नूं भी किसी ना किसी रूप दे विच माया काबू कर ली है। एक सती कहावै, तीन बहुत कल्प आवे। एक सती कहाउंदे ने, पर अंदरों वो भी कल्पदे ने, क्योंकि उन्हां नूं भी किसी न किसी रूप दे विच माया तंग करदी है। बेशक बाहरों अपने आप नूं सती कहाउंदे ने, शरीर करके, पर मन करके नहीं। दुखी ने, कल्पाउंदे ने, माया कल्पाउंदी है उन्हां नूं। हम हर राखे लग सतगुर पावे, पर कहते असी साडा राखी हो गई। किसने रखे? आप प्रभु ने। किमें? सतगुर दे चरनी ला के। हम हर राखे लग सतगुर पावे, सतगुर दे चरनां नाल जोड़ दिता। हरि ने आप इदा फिर सानू रख लिया। नहीं तो ना तपस्वी, ना सन्यासी, कोई भी इस तो नहीं बचिया। ना सती, ना गिरही, ते ना ही उदासी। तप करते तपसी भुलाए, तप करदियां नूं भी माया किसी न किसी रूप विच आके तप भुला देंदी है, अपने खिच लैंदी है। पंडित मोहे लोभ सबाए, पंडितां नूं जिहड़े पंडित ज्ञानवान विद्वान किसी धर्म नाल नहीं है, पंडित विद्वान है जिहड़े कथा कहानियां करते ने, वो भी मोह लैंदी है। उन्होंने भी लोभ दे विच फसा लैंदी है। माया दे रूप सामने आउंदी है। पंडित देखदा रहिंदा है कि किन्ना क जीव आके
ਪੈਸਾ ਚਲਾਉਂਦਾ ਹੈ, ਕਿੰਨੇ ਕੁ ਪੈਸੇ ਭੇਟਾ ਦਿੰਦਾ ਹੈ। ਮਾਇਆ ਦੇ ਲੋਭ ਦੇ ਵਿੱਚ ਫਸੇ ਰਹਿੰਦੇ ਨੇ। ਤ੍ਰੈ ਗੁਣ ਮੋਹਿਆ ਆਕਾਸ਼। ਤ੍ਰੈ ਗੁਣ ਦੇ ਵਿੱਚ, ਤ੍ਰੈ ਗੁਣ ਦੇ ਜਿਹੜਾ ਹੈ ਆਕਾਸ਼ ਦੇ ਵਿੱਚ ਪੰਛੀ ਵੀ ਅਤੇ ਸਥਲ ਦੇ ਉੱਤੇ ਵੀ ਜਿਹੜੇ ਜਾਨਵਰ ਨੇ, ਇਨਸਾਨ ਨੇ, ਚਾਹੇ ਪਾਣੀ ਦੇ ਵਿੱਚ ਨੇ, ਮੋਹ ਸਾਰਿਆਂ ਦੇ ਅੰਦਰ ਹੈ। ਸਾਰਿਆਂ ਨੂੰ ਮੋਇਆ ਹੈ ਇਸ ਮਾਇਆ ਨੇ। ਵੱਖਰੇ ਕੋਈ ਪੈਸਾ ਹੀ ਨਹੀਂ ਹੈ ਮਾਇਆ। ਮਮਤਾ ਹੈ, ਹੰਕਾਰ ਹੈ, ਬਹੁਤ ਤਰ੍ਹਾਂ ਦੀ ਮਾਇਆ ਹੈ। ਹਮ ਸਤਿਗੁਰ ਰਾਖੇ ਦੇ ਕਰ ਹੱਥ। ਪਰ ਕਹਿੰਦੇ ਸਾਨੂੰ ਰੱਖ ਲਿਆ ਸਤਿਗੁਰ ਨੇ, ਆਪ ਹੱਥ ਦੇ ਕੇ ਰੱਖ ਲਿਆ, ਕਿਉਂਕਿ ਅਸੀਂ ਉਸਦੇ ਚਰਨਾਂ ਨਾਲ ਜੁੜ ਗਏ। ਆਪ ਉਸਨੇ ਸਾਨੂੰ ਬਚਾ ਲਿਆ, ਨਹੀਂ ਸਾਰਾ ਸੰਸਾਰ ਹੀ ਉਸਨੇ ਖਾਇਆ ਹੈ, ਸਾਰਾ ਸੰਸਾਰ ਹੀ ਉਸਨੇ ਠੱਗਿਆ ਹੈ, ਆਪਣੇ ਵੱਸ ਕੀਤਾ ਹੋਇਆ ਹੈ। ਗਿਆਨੀ ਕੀ ਹੋਏ ਵਰਤੀ ਦਾਸ। ਜਿਹੜਾ ਗਿਆਨੀ ਹੈ, ਸਾਧੂ ਜਨ ਨੇ, ਜਿਨ੍ਹਾਂ ਨੂੰ ਪ੍ਰਭੂ ਨੇ ਇਹ ਗਿਆਨ ਬਖਸ਼ ਦਿੱਤਾ ਹੈ, ਜਿਨ੍ਹਾਂ ਨੂੰ ਸੋਝੀ ਹੋ ਗਈ ਹੈ ਕਿ ਇਹ ਪ੍ਰਭੂ ਨੇ ਸਾਨੂੰ ਇੱਕ ਠਗੌਰੀ ਲਾਈ ਹੈ, ਉਹਨਾਂ ਦੀ ਫਿਰ ਇਹ ਦਾਸੀ ਬਣ ਜਾਂਦੀ ਹੈ। ਕਰ ਜੋੜੈ ਸੇਵਾ ਕਰੇ ਅਰਦਾਸ। ਵੀ ਉਹਨਾਂ ਦੇ ਅੱਗੇ ਸੇਵਾ ਕਰਦੀ, ਹੱਥ ਜੋੜ ਕੇ ਖੜ੍ਹਦੀ ਹੈ, ਬੇਨਤੀ ਕਰਦੀ ਹੈ ਵੱਖਰੇ ਵੱਖਰੇ ਰੂਪ ਦੇ ਵਿੱਚ ਵੀ ਸਾਨੂੰ ਵੀ ਸੇਵਾ ਦੱਸੋ। ਜੋ ਤੂੰ ਕਹੈ ਸੋ ਕਾਰ ਕਮਾਵਾਂ। ਉਹਨਾਂ ਨੂੰ ਕਹਿੰਦੀ ਹੈ ਕਿ ਜੋ ਤੂੰ ਕਹੇਂਗਾ ਉਹੀ ਕਾਰ ਕਮਾਉਂਦੀ ਹਾਂ। ਸੰਤਾਂ ਦੀ, ਗਿਆਨੀਆਂ ਦੀ ਦਾਸੀ ਬਣ ਜਾਂਦੀ ਹੈ। ਗਿਆਨੀਆਂ ਦੇ ਅੱਗੇ ਇਹੀ ਕਾਰ ਕਮਾਉਂਦੀ ਹੈ ਜਿਹਨੇ ਸਾਰੇ ਸੰਸਾਰ ਨੂੰ ਆਪਣੇ ਵੱਸ ਦੇ ਵਿੱਚ ਕੀਤਾ ਹੈ। ਜਨ ਨਾਨਕ ਗੁਰਮੁਖ ਨੇੜ ਨਾ ਆਵਾ। ਤੇ ਸਮਝਾਉਂਦੇ ਕਿ ਇਹ ਗੁਰਮੁਖਾਂ ਦੇ ਨੇੜੇ ਨਹੀਂ ਆਉਂਦੀ, ਕਿਉਂਕਿ ਵਿੱਚ ਰਹਿ ਕੇ, ਗ੍ਰਸਤ ਦੇ ਵਿੱਚ ਰਹਿ ਕੇ, ਪਰਿਵਾਰ ਦੇ ਵਿੱਚ ਰਹਿ ਕੇ, ਧੰਦਿਆਂ ਦੇ ਵਿੱਚ ਰਹਿ ਕੇ ਵੀ ਨਿਰਲੇਪ ਰਹਿੰਦਾ ਹੈ ਮਨ। ਉਹ ਇਸ ਦੇ ਲਪੇਟੇ 'ਚ ਨਹੀਂ ਆਉਂਦੀ, ਇਸ ਤੋਂ ਉੱਤੇ ਵਸਦੇ ਨੇ। ਨਹੀਂ, ਸਾਰਾ ਸੰਸਾਰ ਹੀ ਇਸ ਨੇ ਖਾ ਲਿਆ ਹੈ, ਸਰਪਣੀ ਬਣ ਕੇ ਸਾਰੇ ਸੰਸਾਰ ਨੂੰ ਆਪਣੀ ਲਪੇਟ ਦੇ ਵਿੱਚ ਲਿਆ ਹੈ। ਇਹ ਮਾਇਆ ਤੇ ਸ਼ਬਦ ਸੀ ਪੰਚਮ ਪਾਤਸ਼ਾਹ ਜੀ ਦਾ। ਇੱਥੋਂ ਆਪਾਂ ਅੱਜ ਵਿਚਾਰ ਸ਼ੁਰੂ ਕੀਤੀ ਹੈ ਮਹੱਲੇ ਪੰਜਵੇਂ ਦੀ। ਆਓ ਅਗਲਾ ਸ਼ਬਦ ਹੈ, ਰਹੋ ਪੰਕਤੀਆਂ ਨੇ। ਸੁਣੋ ਲੋਕਾ ਮੈਂ ਪ੍ਰੇਮ ਰਸ ਪਾਇਆ। ਹੁਣ ਲੋਕਾ ਵੀ ਸੁਣੋ, ਦੂਜਿਆਂ ਨੂੰ ਦੱਸਦੇ ਕਿ ਮੈਂ ਪ੍ਰੇਮ ਰਸ ਪਾਇਆ ਹੈ। ਕਿਸ ਦਾ? ਪ੍ਰਭੂ ਦਾ। ਪ੍ਰਭੂ ਦਾ ਰਸ, ਜਿਹੜਾ ਪ੍ਰੇਮ ਦਾ ਰਸ, ਉਹ ਮੈਂ ਪਾਇਆ ਹੈ। ਕਿਵੇਂ ਪਾਇਆ ਹੈ? ਦੁਰਜਨ ਮਾਰੇ ਬੈਰੀ ਸੰਘਾਰੇ। ਜਿਹੜੇ ਦੁਰਜਨ ਸੀ ਮੇਰੇ ਅੰਦਰ ਵਸਦੇ, ਉਹ ਮਾਰ ਦਿੱਤੇ। ਜਿਹੜੇ ਮੇਰੇ ਵੈਰੀ ਸੀ ਉਹਨਾਂ ਨੂੰ ਸੰਘਾਰ ਦਿੱਤਾ, ਸੰਘਾਰ ਕਰ ਦਿੱਤਾ ਉਹਨਾਂ ਦਾ ਭਾਵ, ਉਹਨਾਂ ਨੂੰ, ਬੈਰੀਆਂ ਨੂੰ ਮਾਰ ਦਿੱਤਾ। ਦੁਰਮਤ ਖਤਮ ਹੋ ਗਈ, ਦੁਰਜਨ ਖਤਮ ਮਾਰੇ ਗਏ। ਸਤਿਗੁਰ ਮੋਕੋ ਹਰ ਨਾਮ ਦਿਵਾਇਆ। ਕਿਉਂਕਿ ਸਤਿਗੁਰ ਨੇ ਮੈਨੂੰ ਹਰੀ ਦਾ ਨਾਮ ਦਿਵਾ ਦਿੱਤਾ। ਜਦੋਂ ਨਾਮ ਮਨ ਦੇ ਵਿੱਚ ਵਸ ਗਿਆ, ਨਾਮ ਇਹਨਾਂ ਦਾ ਮਾਰਨ ਹੀ ਨਾਮ ਹੈ, ਸ਼ਬਦ ਹੈ। ਮਾਇਆ ਕਾ ਮਾਰਨ ਸ਼ਬਦ ਹੈ, ਨਾਮ ਹੈ। ਮਾਇਆ ਨਾਮ ਦੁਆਰਾ ਮਰਦੀ ਹੈ। ਇਹ ਜਿਹੜੀ ਦੁਰਜਨ ਨੇ, ਇਹ ਜਿਹੜੇ ਬੈਰੀ ਨੇ ਸਾਡੇ ਮਨ ਦੇ, ਕਾਮ ਆਦਿਕ, ਲੋਭ ਮੋਹ, ਕਾਮ ਕ੍ਰੋਧ ਲੋਭ ਹੰਕਾਰ, ਜਦੋਂ ਸਤਿਗੁਰ ਕਿਰਪਾ ਕਰਦਾ ਹੈ, ਨਾਮ ਦਵਾ ਦਿੰਦਾ ਹੈ, ਨਾਮ ਦੁਆਰਾ ਫਿਰ ਇਹ ਮਾਰੇ ਜਾਂਦੇ ਨੇ। ਕਿਉਂਕਿ ਜਿੱਥੇ ਨਾਮ ਹੈ ਉੱਥੇ ਇਹ ਨਹੀਂ ਆ ਸਕਦੇ। ਜਦ ਤੱਕ ਨਾਮ ਨਹੀਂ ਵਸਦਾ, ਇਹਨਾਂ ਦਾ ਵਾਸਾ ਹੈ। ਕਿਉਂਕਿ ਨਾਮ ਤੋਂ ਬਿਨਾਂ ਇੱਕ ਮਾਰੇ ਨਹੀਂ ਜਾਂਦੇ। ਸੱਸੂ ਤੇ ਫਿਰ ਕੀਨੀ ਵਾਕ। ਹੁਣ ਪ੍ਰਭੂ ਨੇ ਆਪ ਸਾਨੂੰ ਇਸ ਮਾਇਆ ਤੋਂ ਵੱਖ ਕਰ ਲਿਆ।
फिर पति नूं कह देंदे, पति साडा कौन है? प्रभु, जिने साडे अंदरों उन्हां नूं मार दिता है, नाम द्वारा नाम दी बख्शिश कीती है। आप उन्हें सानू इस माया तो बख कर लिया है। देर जठानी मूई दुख संताप, ये जेड़े हौमे दुचिती है, ये भी मर गई। जदों मन माया तो वख हो गया, पता भेत आ जाता है, फिर दुबदा हौमे इन्हां तो मन फिर, क्योंकि त्रै गुण संताप है, माया है, इन्हां तो फिर आप सानू रख लेंदा, क्योंकि इन्हां नू मार देंदा है, काल कंटक नू मार देंदा है। करके जठेरे की चूकी कान, जिहड़ा इधर करदा है काल, काल दा देश है काल, इहदा डर खत्म हो गया, इहदा पै खत्म हो गया। फिर रखिया कीनी सुगड़ सजान, पर होया सारा कदों कि उस प्यारे ने, पिर ने, पति ने, कंत ने मेरी रखिया कीती है। उसने मैनू इन्हां तो बचा लिया है, क्योंकि दूजा सानू कोई भी नहीं बचा सकता, नाम ही साडी रखिया करता है। प्रथमे त्यागी हौमे रीत, सब तो पहला मैं हौमे दी रीत छड़ दी। हौमे करके ही मन प्रभु तो विछड़िया है। हौमे ही प्रभु दे नाल सानू मिल नहीं देंदी, कहंदे वो छड़ दी, त्याग दी। द्वितीया त्यागी लोगां रीत, दूजा की कीता फिर जिहड़ी लोकां दी रीत है, जो लोग कर्म धर्म पखंड करते ने, वो भी त्याग दिता, क्योंकि वो भी प्रभु नूं नहीं पाउंदा। त्रै गुण त्याग, त्रै गुण ही छड़ दिते। त्रै गुण क्या है? दृष्टमान दा ज्ञान छड़ दिता सारा ही। दुर्जन मीत समाने, जदों त्रै गुण त्याग दिते, क्योंकि त्रै गुणां दे विच मित्र ते शत्रु है। जिथे सानू देखते हाँ असीं त्रै गुणां तक कि मेरा मित्र है, मेरा दुश्मन है, जदों सानू जोत दा भेत आ जांदा है, जोत सारियां दे विच इको परमेश्वर दी है। झगड़ा कित्थे तक है? त्रै गुणां तक, भेख तक। भेख किसदा है? त्रै गुणां दा, शरीर दा, मन सारियां दा एक रूप है। इस करके जदों हौमे खत्म हो गई, लोगां दी रीत खत्म हो गई, मन दा प्रकाश हो गया, मन नूं ज्ञान हो गया, फिर ये भी पता लग गया कि असीं सारे एक ही पिता दे बच्चे हाँ। एक पिता एक सके हम बारक। फिर साडे अंदरों मित्र ते जिहड़ा दुश्मन है, ये भी खत्म हो गए, क्योंकि सारे अपने। ना को बैरी ना ही बेगाना, सगल संग हमको बन आई। भी हुण सारियां दे नाल ही। यही जे आपां सुखनी साहिब च पढ़ते हाँ कि जिहड़ा पुरख प्रधान प्रभु नूं पाउंदा है, ਉਹ ਕਿਵੇਂ ਵਿਚਰਦਾ है। सगल पुरख मैं पुरख प्रधान, साध संग जाका मिटै अभिमान। आपस को जो जाने नीचा, सो गणिए सब थे ऊंचा। जाका मन हो सगल की रीना, हर हर नाम तिन कट कट चीना। मन अपने ते बुरा मिटाना, पेख है सगल श्रेष्ठ साजना। भी अपने मन दे विचों बुराई खत्म कर देंदा, फिर सारी सृष्टि उसनूं सज्जन ही दिसती है, मित्र ही दिसती है। पेख है सगल श्रेष्ठ साजना, दुख सुख जन सम दृष्टेता। दुख ते सुख नूं सम कर लेंदा है, देखता है। नानक पाप पुन नहीं लेपा। पाप पुन तो भी जिहड़ा संसार दीयां रीतां ने, पाप पुन, ये सारे कुछ नूं छड़ देंदा है। फिर जाके
ਉਹ ਪ੍ਰਭੂ ਨੂੰ ਪਾਉਂਦਾ ਹੈ, ਉਹ ਪ੍ਰਵਾਨ ਹੁੰਦਾ ਹੈ, ਉਹ ਫਿਰ ਪ੍ਰਭੂ ਦਾ ਘਰ ਦੇ ਵਿੱਚ ਉਸ ਨੂੰ ਪ੍ਰਧਾਨਗੀ ਹੈ। ਇਸ ਕਰਕੇ ਇੱਥੇ ਵੀ ਸਾਨੂੰ ਇਹ ਦੱਸਿਆ ਹੈ ਕਿ ਆਪ ਮਾਲਕ ਨੇ ਸਾਡੇ ਦਇਆ ਕੀਤੀ, ਇਹ ਸਾਰਾ ਕੁਛ ਜਿਹੜਾ ਤਿਆਗ ਦਿੱਤਾ ਹੈ। ਪ੍ਰਥਮੇ ਤਿਆਗੀ ਹਉਮੈ ਪ੍ਰੀਤ, ਦੁਤੀਆ ਤਿਆਗੀ ਲੋਗਾਂ ਰੀਤ, ਤ੍ਰੈਗੁਣ ਤਿਆਗ ਦੁਰਜਨ ਮੀਤ ਸਮਾਨੇ। ਹੁਣ ਕੋਈ ਬੈਰੀ ਨਹੀਂ, ਕੋਈ ਮਿੱਤਰ ਨਹੀਂ, ਸਾਰੇ ਹੀ ਆਪਾਂ ਇੱਕੋ ਹੀ ਹਾਂ, ਸਮਾਨ ਹੀ ਹਾਂ। ਤੁਰਿਆ ਗੁਣ ਮਿਲ ਸਾਧ ਪਛਾਨੇ। ਕਹਿੰਦੇ ਤੁਰਿਆ ਗੁਣ ਚੌਥੇ ਪਦ ਦਾ ਗੁਣ ਲਿਆ, ਪਰ ਕਿਵੇਂ ਪਛਾਣੇ? ਕਿਵੇਂ? ਸਾਧੂ ਨੂੰ ਮਿਲ ਕੇ। ਸਾਧ ਜਨਾਂ ਨੂੰ ਮਿਲੇ, ਉਹਨਾਂ ਗਿਆਨ ਦਿੱਤਾ ਕਿ ਮਾਇਆ ਹਉਮੈ ਹਉਮੈ ਦੀ ਪਹਿਚਾਣ ਕਰਾਈ, ਅਤੇ ਹਉਮੈ ਨੂੰ ਕਿਵੇਂ ਛੱਡਣਾ ਹੈ, ਤਿਆਗਣਾ ਹੈ, ਅਤੇ ਕਿਵੇਂ ਸੰਸਾਰਿਕ ਲੋਕਾਂ ਦੀ ਜਿਹੜੀ ਰੀਤੀ ਨਾਲ ਕਰ ਰਹੇ ਨੇ ਆਪਾਂ ਕਿਵੇਂ ਉਹਨਾਂ ਤੋਂ ਵੱਖ ਹੋਣਾ ਹੈ। ਕਿਉਂਕਿ ਆਪਾਂ ਚੌਥੇ ਪਦ ਦਾ ਗਿਆਨ ਲੈਣਾ ਹੈ, ਚੌਥੇ ਪਦ ਵਿੱਚ ਵਸਣਾ ਹੈ। ਚੌਥੇ ਪਦ ਵਿੱਚ ਨਾਮ ਹੈ, ਤ੍ਰੈ ਗੁਣਾਂ ਦੇ ਵਿੱਚ ਨਾਮ ਨਹੀਂ ਹੈ, ਜਿਸ ਨੂੰ ਆਪਾਂ ਸੁਖਮਨੀ ਸਾਹਿਬ 'ਚ ਪੜ੍ਹਦੇ ਹਾਂ, ਕਰ ਕਿਰਪਾ ਜਿਸ ਆਪਨ ਨਾ ਲਾਵੈ, ਨਾਨਕ ਚੌਥੇ ਪਦ ਮੈਂ ਸੋ ਜਨ ਪਰਮਗਤ ਪਾਵੈ। ਚੌਥੇ ਪਦ ਵਿੱਚ ਨਾਮ ਹੈ, ਤੁਰੀ ਅਵਸਥਾ ਜਿਹਨੂੰ ਕਹਿੰਦੇ ਹਾਂ। ਚੌਥੇ ਪਦ ਦਾ ਗਿਆਨ ਕਿਵੇਂ ਲਿਆ? ਸਾਧੂ ਜਨਾਂ ਨੂੰ ਮਿਲ ਕੇ ਪਹਿਚਾਣ ਕੀਤੀ, ਅਤੇ ਫਿਰ ਸਾਡੇ ਅੰਦਰੋਂ ਇਹ ਜਿਹੜਾ ਸੰਸਾਰਿਕ ਲੋਕ ਰੀਤ ਹੈ ਉਹ ਸਾਰੀ ਛੱਡ ਦਿੱਤੀ, ਹਉਮੈ ਨਾਲ ਪ੍ਰੀਤ ਛੱਡ ਦਿੱਤੀ। ਸਾਰੇ ਮਿੱਤਰ ਸੱਤਰ ਸਾਨੂੰ ਸਮਾਨ ਹੋ ਗਏ। ਕਿੱਥੇ ਵਾਸਾ ਕੀਤਾ? ਸਹਿਜ ਗੁਫਾ। ਸਹਿਜ ਗੁਫਾ ਕਿੱਥੇ? ਜਿੱਥੋਂ ਸਾਨੂੰ ਪ੍ਰਭੂ ਸਵਾਸ ਦੇ ਕੇ ਜਿੰਦਾ ਰੱਖਦਾ ਹੈ। ਆਪ ਗੁਪਤ ਹੈ, ਗੁਫਾ 'ਚ ਬੈਠਾ ਹੈ, ਦਸਵਾਂ ਦੁਆਰ ਜਿਹੜਾ ਗੁਪਤ ਹੈ ਉਹਦੇ 'ਚ ਬੈਠਾ ਸਾਨੂੰ ਸਵਾਸ ਦੇ ਰਿਹਾ ਹੈ। ਅਤੇ ਜਦੋਂ ਗਿਆਨ ਲਿਆ ਗੁਰ ਤੋਂ, ਸਤਿਗੁਰ ਨੇ ਸਾਨੂੰ ਨਾਮ ਦੀ ਸੋਝੀ ਦਿੱਤੀ, ਅਤੇ ਫਿਰ ਵਾਸਾ ਕਿੱਥੇ ਹੋ ਗਿਆ? ਸਹਿਜ ਗੁਫਾ ਦੇ ਵਿੱਚ, ਜਿੱਥੇ ਮਾਲਕ ਵਸਦਾ ਹੈ। ਸਹਿਜ ਗੁਫਾ ਮੈਂ ਆਸਨ ਬਾਧਿਆ। ਕਹਿੰਦੇ ਸਹਿਜ ਗੁਫਾ ਦੇ ਵਿੱਚ ਆਸਨ ਲਾ ਲਿਆ। ਜੋਤ ਸਰੂਪ ਅਨਾਹਦ ਵਾਜਿਆ। ਉੱਥੇ ਜੋਤ ਸਰੂਪ ਪ੍ਰਕਾਸ਼ ਰੂਪ ਅਨਾਹਦ, ਕਿਉਂਕਿ ਕੋਈ ਆਵਾਜ਼ ਨਹੀਂ ਹੈ, ਜਿਹੜਾ ਅਨਾਹਦ ਹੈ ਉਹ ਜੋਤ ਸਰੂਪ ਹੈ, ਪ੍ਰਕਾਸ਼ ਰੂਪ ਹੈ। ਉੱਥੇ ਪ੍ਰਕਾਸ਼ ਪ੍ਰਗਟ ਹੋ ਗਿਆ, ਜੋਤ ਪ੍ਰਗਟ ਹੋ ਗਈ। ਮਹਾ ਆਨੰਦ ਗੁਰ ਸ਼ਬਦ ਵਿਚਾਰ। ਫਿਰ ਉੱਥੇ ਬੈਠ ਕੇ ਪ੍ਰਭੂ ਇੱਕ ਗੁਰ ਸ਼ਬਦ ਦੀ ਵਿਚਾਰ ਕਰਵਾਉਂਦਾ ਹੈ। ਮਹਾ ਆਨੰਦ ਅਵਸਥਾ ਹੈ। ਪਿਰਿਆ ਸਿਓ ਰਾਤੀ ਧਨ ਸੁਹਾਗਣ ਨਾਰ। ਪ੍ਰਭੂ ਨੂੰ ਪਤੀ ਕਹਿ ਦਿੱਤਾ, ਸਾਨੂੰ ਧਨ ਕਹਿ ਦਿੱਤਾ, ਸੁਹਾਗਣ ਕਹਿ ਦਿੱਤਾ, ਉਸ ਪ੍ਰਭੂ ਦੀ ਨਾਰ ਕਹਿ ਦਿੱਤਾ ਹੈ। ਕਹਿੰਦੇ ਸਹਿਜ ਕਿੱਥੇ? ਪ੍ਰਭੂ ਦਾ ਵਾਸਾ ਹੈ। ਉੱਥੇ ਹੀ ਜਿਵੇਂ ਜਿੱਥੇ ਪਤੀ ਵਸਦਾ ਉੱਥੇ ਹੀ ਪਤਨੀ ਵਸਦੀ ਹੈ। ਜਦੋਂ ਸੁਹਾਗਣ ਹੋ ਜਾਂਦੀ ਹੈ, ਪਤੀ ਦੇ ਘਰ ਵਿੱਚ ਪਤਨੀ ਵਸਦੀ ਹੈ। ਇੱਦਾਂ ਹੀ ਜਿੱਥੇ ਸਾਡਾ ਪਿਆਰਾ ਵਸਦਾ ਹੈ ਸਹਿਜ ਗੁਫਾ ਦੇ ਵਿੱਚ, ਉੱਥੇ ਹੀ ਸਾਡਾ ਵਾਸਾ ਹੋ ਜਾਂਦਾ। ਉੱਥੇ ਬੈਠ ਕੇ ਹੀ ਗੁਰ ਸ਼ਬਦ ਦੀ ਫਿਰ ਵਿਚਾਰ ਹੁੰਦੀ ਹੈ। ਫਿਰ ਹੀ ਉਸ ਪ੍ਰਭੂ ਦਾ ਪ੍ਰੇਮ ਰਸ ਪ੍ਰਾਪਤ ਹੁੰਦਾ ਹੈ। ਸੁਣੋ ਲੋਕਾਂ ਮੈਂ ਪ੍ਰੇਮ ਰਸ ਪਾਇਆ। ਇੱਦਾਂ ਫਿਰ ਉਸ ਪ੍ਰਭੂ ਦਾ ਪ੍ਰੇਮ ਰਸ ਪ੍ਰਾਪਤ ਹੋਇਆ। ਉਸ ਨੂੰ ਕਹਿ ਦਿੱਤਾ ਧਨ, ਜਿਹੜੀ ਉਸ ਪਿਆਰੇ ਦੇ ਵਿੱਚ ਰੱਤੀ ਗਈ। ਪਿਰਿਆ ਸਿਓ ਰਾਤੀ ਧਨ ਸੁਹਾਗਣ ਨਾਰ। ਜਨ ਨਾਨਕ ਬੋਲੇ ਬ੍ਰਹਮ ਵਿਚਾਰ। ਉੱਥੇ ਫਿਰ ਜਾ ਕੇ ਉਹ ਬ੍ਰਹਮ ਦੀ ਵਿਚਾਰ ਕਰਦਾ ਹੈ, ਕਿਉਂਕਿ ਜਿੱਥੇ ਪ੍ਰਭੂ ਵਸਦਾ ਉੱਥੇ ਉਹਦੇ 'ਚ ਰੱਤ ਕੇ, ਉਹ 'ਚ ਸਮਾ ਕੇ ਫਿਰ ਪ੍ਰਭੂ ਆਪਣੇ ਗੁਣ ਗਵਾਉਂਦਾ ਹੈ। ਫਿਰ ਉਹ ਵਿਚਾਰ ਨੂੰ ਜੇ ਕੋਈ ਸੁਣਦਾ ਹੈ, ਜੋ ਸੁਣੇ ਕਮਾਵੇ। ਜਿਹੜੀ ਉਹ ਬ੍ਰਹਮ ਦੀ ਵਿਚਾਰ ਫਿਰ ਉੱਥੇ ਬੈਠ ਕੇ ਕਰਦਾ ਹੈ, ਸੱਚੇ ਘਰ ਦੇ ਵਿੱਚ, ਸਹਿਜ ਗੁਫਾ ਦੇ ਵਿੱਚ ਅਨਾਹਦ ਜੋਤ ਸਰੂਪ ਦਾ ਗਿਆਨ ਦਿੰਦਾ ਹੈ। ਜਿਹੜਾ ਜੀਵ ਸੁਣ ਕੇ ਕਮਾਉਂਦਾ ਹੈ, ਜੋ ਸੁਣੇ ਕਮਾਵੇ, ਸੋ ਉਤਰੈ ਪਾਰ। ਉਹ ਇਸ ਸੰਸਾਰ ਸਾਗਰ ਤੋਂ ਪਾਰ ਉਤਰ ਜਾਂਦਾ ਹੈ। ਜਨਮ ਨਾ ਮਰੈ ਨਾ ਆਵੈ ਨਾ ਜਾਏ।
ਉਹ ਨਾ ਜੰਮਦਾ ਹੈ, ਨਾ ਮਰਦਾ ਹੈ, ਨਾ ਆਵਣ ਜਾਵਣ ਹੁੰਦਾ ਹੈ, ਕਿਉਂਕਿ ਸਮਾ ਜਾਂਦਾ ਹੈ। ਭਵ ਸਾਗਰ ਉਸ ਦਾ ਖਤਮ ਹੋ ਜਾਂਦਾ ਹੈ। ਜਪ ਤਪ ਜਿਹੜਾ ਗੁਰ ਦੇ ਗਿਆਨ ਦੁਆਰਾ, ਜਿਹਨੂੰ ਮਹਾਰਾਜ ਸਮਝਾਉਂਦੇ ਨੇ ਕਿ ਜਪ ਤਪ ਕਾ ਬੰਦ ਵੇੜਲਾ, ਜਿਤ ਲੰਘੈ ਬਹੇਲਾ, ਨਾ ਸਰਬਰ ਨਾ ਉਛਲੈ, ਐਸਾ ਤਰਨ ਸੁਹੇਲਾ। ਜਿਤ ਲੰਘੈ ਦੋਹੇਲਾ, ਨਾ ਸਰਵਰ ਨਾ ਉਛਲਾ, ਐਸਾ ਪੰਥ ਸੁਹੇਲਾ। ਕਹਿੰਦੇ ਐਸਾ ਪੰਥ ਸੁਹੇਲਾ ਹੋ ਜਾਂਦਾ ਹੈ, ਭਵ ਸਾਗਰ ਹੀ ਨਹੀਂ ਰਹਿੰਦਾ, ਖਤਮ ਹੋ ਜਾਂਦਾ ਹੈ ਜਦੋਂ ਅਸੀਂ ਜਪ ਤਪ ਦਾ ਬੇੜਲਾ ਬੰਦ ਲੈਂਦੇ ਹਾਂ, ਜਿਹਦੇ ਨਾਲ ਫਿਰ ਸਾਡਾ ਲੰਘਣਾ ਸੌਖਾ ਹੋ ਜਾਂਦਾ ਭਵ ਸਾਗਰ। ਪਰ ਜਪ ਤਪ ਕਿਹੜਾ ਹੁੰਦਾ ਹੈ? ਗੁਰ ਦੇ ਗਿਆਨ ਦਾ। ਜਪ ਦਾ ਗਿਆਨ ਲੈ ਕੇ ਉਸ ਨੂੰ ਕਮਾਉਂਦੇ, ਗੁਰ ਦਾ ਗਿਆਨ ਲੈ ਕੇ ਉਸ ਨੂੰ ਕਮਾ ਲੈਂਦੇ, ਗੁਰ ਬੇੜਾ ਬਣ ਜਾਂਦਾ ਹੈ, ਭਵ ਸਾਗਰ ਖਤਮ ਹੋ ਜਾਂਦਾ ਹੈ। ਹਰ ਸੇਤੀ ਉਹ ਰਹੇ ਸਮਾਏ। ਜਦੋਂ ਭਵ ਸਾਗਰ ਖਤਮ ਹੋ ਗਿਆ, ਫਿਰ ਮਨ ਕਿੱਥੇ ਸਮਾ ਜਾਂਦਾ? ਹਰੀ ਦੇ ਵਿੱਚ, ਇੱਕ ਦੂਜੇ ਵਿੱਚ ਵਸ ਜਾਂਦੇ ਹਾਂ। ਉੱਥੇ ਜਾ ਕੇ ਹੀ ਜਿਹੜੀ ਸਾਨੂੰ ਪਦਵੀ ਮਿਲਦੀ ਹੈ ਮਨ ਨੂੰ, ਉਹ ਸਾਧੂ ਦੀ, ਗੁਰਮੁਖ ਦੀ, ਉਹ ਇੱਕ ਪਦਵੀ ਹੈ ਜਿੱਥੇ ਮਨ ਨੂੰ ਬਿਠਾ ਦਿੰਦਾ ਹੈ ਮਾਲਕ। ਫਿਰ ਉੱਥੇ ਬੈਠ ਕੇ ਹੀ ਆਪ ਆਪਣੀ ਵਿਚਾਰ ਕਰਵਾਉਂਦਾ ਹੈ। ਜੋ ਜੀਵ ਸੁਣਦਾ ਹੈ, ਕਮਾਉਂਦਾ ਹੈ, ਉਹ ਪਾਰ ਹੋ ਜਾਂਦਾ ਹੈ। ਆਓ ਅਗਲਾ ਫਿਰ ਸ਼ਬਦ ਆਸਾ ਰਾਗ ਦੇ ਵਿੱਚ ਮਹੱਲੇ ਪੰਜਵੇਂ ਦਾ। ਰਹੋ ਪੰਕਤੀਆਂ ਨੇ। ਸੁਕਰਨੀ ਕਾਮਨ ਗੁਰ ਮਿਲ ਹਮ ਪਾਈ। ਜਿਹੜੀ ਸੁਕਰਨੀ ਹੈ, ਸੱਚੀ ਕਰਨੀ ਹੈ। ਕਾਮਨ ਔਰਤ ਨੂੰ ਕਹਿ ਦਿੱਤਾ, ਧਨ ਨੂੰ ਕਹਿ ਦਿੱਤਾ ਹੈ, ਪਤਨੀ ਨੂੰ ਕਹਿ ਦਿੱਤਾ ਹੈ, ਇਸਤਰੀ, ਕਿ ਉਹ ਕਰਮ ਅਸੀਂ ਪਾ ਲਿਆ। ਜਿਹੜੀ ਉਹ ਕਰਨੀ ਜੀਵ ਇਸਤਰੀ ਨੇ ਪ੍ਰਾਪਤ ਕੀਤੀ, ਪਰ ਪਾਈ ਕਿਵੇਂ? ਗੁਰ ਮਿਲ, ਗੁਰ ਦਾ ਗਿਆਨ ਲੈ ਕੇ ਫਿਰ ਉਹ ਸੱਚੀ ਕਰਨੀ ਪ੍ਰਾਪਤ ਕੀਤੀ ਹੈ। ਜਜ ਕਾਜ ਪਰਥਾਏ ਸਹਾਈ ਸੁਹਾਈ। ਵੀ ਜਿੱਥੇ ਵੀ ਫਿਰ ਹੁਣ ਜਾਂਦੇ ਹਾਂ, ਜਿੱਥੇ ਵੀ ਇਹ ਕਾਜ ਕਰਨਾ ਹੈ, ਕਿਹੜਾ ਕਾਜ ਕਰਨਾ ਹੁੰਦਾ ਹੈ? ਪ੍ਰਭੂ ਦੀ ਸਿਫਤ ਸਲਾਹ ਦਾ। ਉੱਥੇ ਸਾਡੇ ਨਾਲ ਇਹ ਸਹਾਇਤਾ ਕਰਦੀ ਹੈ ਜਿਹੜੀ ਗੁਰੂ ਨੂੰ ਮਿਲ ਕੇ ਉਹ ਸੱਚੀ ਕਰਨੀ ਹੈ, ਕਿਉਂਕਿ ਉਹੀ ਜਿੱਥੇ ਜਾਂਦੇ ਹਾਂ ਉਹੀ ਕਰਨੀ ਕਰਦੇ ਹਾਂ। ਜਿੱਥੇ ਵੀ ਕਿਤੇ ਹੁੰਦਾ ਹੈ, ਜਿੱਥੇ ਪ੍ਰਭੂ ਦੇ ਨਾਲ ਮੇਲ ਮਿਲਾਉਣਾ ਹੈ। ਪਰ ਉਹ ਮਿਲ ਪ੍ਰਾਪਤ ਕਿਵੇਂ ਹੁੰਦੀ? ਗੁਰ ਨੂੰ ਮਿਲ ਕੇ, ਜਿਹੜੀ ਸੱਚੀ ਕਰਨੀ ਹੈ, ਸੁਕ੍ਰਿਤ ਹੈ, ਸੁਕਰਨੀ ਹੈ। ਪ੍ਰਥਾਏ ਕੀ ਹੁੰਦਾ? ਪ੍ਰਥਾਏ ਹੁੰਦਾ ਕਿ ਸੰਸਾਰਿਕ ਉਦਾਹਰਨ ਦੇ ਕੇ, ਜਿਵੇਂ ਹੁਣ ਆਪਾਂ ਵਿਚਾਰ ਕਰਦੇ ਹਾਂ, ਉਦਾਹਰਨ ਕਿਹੜੀ ਲੈਂਦੇ? ਪਤੀ ਪਤਨੀ ਦੀ। ਲੇਕਿਨ ਗੱਲ ਕਿਸ ਦੀ ਕਰਦੇ? ਪਰਮੇਸ਼ਰ ਤੇ ਮਨ ਦੀ, ਪਰਮੇਸ਼ਰ ਤੇ ਸ਼ਬਦ ਤੇ ਸੁਰਤ ਦੀ ਉਦਾਹਰਨ ਲੈਂਦੇ ਸੰਸਾਰੀ। ਪ੍ਰਥਾਏ, ਇਸ ਕਰਕੇ ਪ੍ਰਥਾਏ ਵਿਚਾਰ ਕਰਦੇ ਹਾਂ। ਇੱਦਾਂ ਫਿਰ ਪ੍ਰਥਾਏ ਜਿੱਥੇ ਵੀ ਹੈ, ਉਹ ਗਿਆਨ ਦੇ ਕੇ ਜੀਵਾਂ ਨੂੰ ਤੇ ਸ਼ਬਦ ਤੇ ਸੁਰਤ ਦਾ ਮੇਲ ਕਿਵੇਂ ਕਰਨਾ ਹੈ, ਉਹ ਫਿਰ ਸਮਝਾਉਂਦੇ ਹਾਂ। ਸ਼ਬਦ ਸ਼ੁਰੂ ਕਰਦੇ, ਕਹਿੰਦੇ ਨਿਜ ਭਗਤੀ ਸੀਲਵੰਤੀ ਨਾਰ। ਹੁਣ ਜਿਹੜੀ ਆਪਣੀ ਭਗਤੀ ਹੈ, ਆਪਣੀ ਭਗਤੀ ਕਿਹੜੀ ਹੈ? ਆਪਣੇ ਪਿਆਰੇ ਦੀ ਭਗਤੀ। ਉਦਾਹਰਨ ਦਿੰਦੇ ਨੇ, ਜਿਵੇਂ ਇੱਕ ਪਤਨੀ ਹੈ, ਪਤੀ ਦੀ ਭਗਤੀ ਕਰਦੀ ਹੈ। ਨਾਰ ਜਿਹੜੀ ਸਿਆਣੀ ਹੁੰਦੀ ਹੈ, ਉਸਦੇ ਅੰਦਰ ਕੀ ਚਾਅ ਹੈ? ਕਿਵੇਂ ਭਗਤੀ ਕਰਦੀ ਆਪਣੇ ਪਤੀ ਦੀ, ਕਿ ਉਸਦੇ ਵਾਸਤੇ ਵਧੀਆ ਭੋਜਨ ਤਿਆਰ ਕਰਦੀ ਹੈ ਤਾਂ ਕਿ ਉਹ ਖੁਸ਼ ਰਹੇ। ਚਾਅ ਦੇ ਵਿੱਚ, ਕੋਈ ਬੰਧਨ ਦੇ ਵਿੱਚ ਨਹੀਂ। ਇੱਦਾਂ ਹੀ ਜਿਹੜੇ ਪ੍ਰਭੂ ਦੇ ਭਗਤ ਨੇ, ਉਹ ਪ੍ਰਭੂ ਦੀ ਸਿਫਤ ਸਲਾਹ ਕਰਦੇ ਨੇ, ਹਰੀ ਦੇ ਨਾਮ ਦੇ ਨਾਲ ਚਿੱਤ ਜੋੜ ਕੇ।
ਮਤਲਬ ਸਮਝਾਉਂਦੇ ਨੇ, ਜਿਉਂ ਪੁਰਖ ਹੈ ਘਰ ਭਗਤੀ ਨਾਰ ਹੈ, ਅਤ ਲੋਚੈ ਭਗਤੀ ਪਾਏ। ਅਤ ਲੋਚਦੀ ਹੈ ਭਗਤੀ ਪ੍ਰਭੂ ਦੀ, ਆਪਣੇ ਪਤੀ ਦੇ ਸੇਵਾ, ਜਿਹਨੂੰ ਆਪਾਂ ਸੇਵਾ ਵੀ ਕਹਿ ਦਿੰਦੇ ਹਾਂ। ਬਹੁ ਰਸ ਸਾਲ ਨੇ ਸਵਾਰ ਦੀ, ਖੱਟ ਰਸ ਮਿੱਠੇ ਪਾਏ। ਬਹੁਤ ਤਰ੍ਹਾਂ ਦਾ ਸਵਾਦਲਾ ਭੋਜਨ ਤਿਆਰ ਕਰਦੀ ਹੈ, ਖੱਟੇ ਮਿੱਠੇ, ਤਾਂ ਕਿ ਆਪਣੇ ਚੌ ਦੇ ਵਿੱਚ ਆਪਣੇ ਪਤੀ ਦੀ ਸੇਵਾ ਕਰਦੀ ਹੈ। ਤਿਉ ਬਾਣੀ ਭਗਤ ਸਲਾਹ ਦੇ, ਹਰ ਨਾਮਾ ਚਿਤ ਲਾਏ। ਇੱਦਾਂ ਹੀ ਜਿਹੜੇ ਪ੍ਰਭੂ ਦੇ ਭਗਤ ਨੇ ਉਹ ਹਰੀ ਦੇ ਨਾਮ ਨਾਲ ਚਿੱਤ ਜੋੜ ਕੇ ਪ੍ਰਭੂ ਦੀ ਸਿਫਤ ਸਲਾਹ ਕਰਦੇ ਨੇ। ਇਸ ਨੂੰ ਭਗਤੀ ਕਿਹਾ ਹੈ। ਫਿਰ ਉਹ ਉਸ ਪ੍ਰਭੂ ਦੀ ਭਗਤੀ ਕਰਦੀ ਹੈ। ਉਸ ਨੂੰ ਸਤੀ ਕਹਿ ਦਈਏ, ਸੀਲਵੰਤੀ ਨਾਰ ਕਹਿ ਦਈਏ, ਸਿਆਣੀ ਕਹਿ ਦਈਏ, ਸੱਚੇ ਸੁਭਾਅ ਵਾਲੀ ਕਹਿ ਦਈਏ। ਨਿਜ ਭਗਤੀ ਸੀਲਵੰਤੀ ਨਾਰ, ਰੂਪ ਅਨੂਪ ਪੂਰੀ ਆਚਾਰ। ਇੱਕ ਤਾਂ ਉਹ ਬਹੁਤ ਸੁੰਦਰ ਰੂਪ ਹੋ ਜਾਂਦਾ ਕਿਉਂਕਿ ਪ੍ਰਕਾਸ਼ ਰੂਪ ਹੋ ਜਾਂਦਾ। ਦੂਜਾ ਉਸਦਾ ਆਚਾਰ ਵੀ ਪੂਰਾ ਹੈ, ਜੋ ਪ੍ਰਭੂ ਨੂੰ ਪਾਉਂਦਾ ਹੈ ਉਹੀ ਆਚਾਰ ਕਰਦੀ ਹੈ, ਜਿਹਨੂੰ ਆਪਾਂ ਆਚਰਨ ਕਹਿ ਦਿੰਦੇ ਹਾਂ। ਜਿਤ ਗ੍ਰਹਿ ਵਸੈ ਸੋ ਗ੍ਰਹਿ ਸੋਭਾਵੰਤ। ਹੁਣ ਐਸੀ ਜਿਹੜੀ ਇਸਤਰੀ ਹੈ, ਜਿਹੜੀ ਇੱਕ ਸੁਕਰਨੀ ਪ੍ਰਾਪਤ ਕਰ ਲੈਂਦੀ ਹੈ, ਜੋ ਸੋਭਾਵੰਤੀ ਹੋ ਜਾਂਦੀ ਹੈ, ਜਿਸ ਨੂੰ ਗੁਰਬਾਣੀ ਦੇ ਵਿੱਚ ਗੁਣਵੰਤੀ ਵੀ ਕਿਹਾ ਹੈ। ਵੀ ਜਿਹੜੇ ਘਰ ਵਿੱਚ ਵਸਦੀ ਹੈ, ਜਿਵੇਂ ਇੱਕ ਸਿਆਣੀ ਔਰਤ ਹੈ, ਸਿਆਣੀ ਆਪਾਂ ਘਰ ਦੀ ਬਹੂ ਕਹਿ ਦਈਏ, ਸਿਆਣੀ ਜਿਹਨੇ ਸਹੀ ਕਰਨੀ ਸਿੱਖੀ ਹੋਈ ਹੈ, ਉਹ ਜਿਹੜੇ ਘਰ 'ਚ ਵੀ ਰਹਿੰਦੀ ਘਰ ਸੁਖੀ ਕਰ ਦਿੰਦੀ ਹੈ। ਅਤੇ ਜੇ ਮਾੜੀ ਹੋਵੇ ਘਰ ਦੇ ਵਿੱਚ ਕਲੇਸ਼ ਕਰ ਦਿੰਦੀ ਹੈ, ਸਾਰੇ ਪਰਿਵਾਰ ਨੂੰ ਦੁਖੀ ਕਰ ਦਿੰਦੀ ਹੈ। ਇੱਦਾਂ ਹੀ ਇੱਥੇ ਹੈ, ਜਿਨ੍ਹਾਂ ਨੇ ਉਹ ਸੁਕਰਨੀ ਸਿੱਖ ਲਈ ਜਿਹਦੀ ਸਾਡੇ ਪ੍ਰਭੂ ਨੂੰ ਪਾਉਂਦੀ ਹੈ, ਉਹ ਜਿੱਥੇ ਵੀ ਵਸਦੀ ਹੈ ਉਹ ਘਰ ਹੀ ਸੋਭਾ ਵਾਲਾ ਹੋ ਜਾਂਦਾ ਹੈ। ਗੁਰਮੁਖ ਪਾਈ ਕਿਨੇ ਵਿਰਲੇ ਜਨਤਾ, ਪਰ ਇਹ ਸੁਕਰਨੀ ਕਿਨੇ ਵਿਰਲੇ ਨੇ ਗੁਰਮੁਖਾਂ ਤੋਂ ਪ੍ਰਾਪਤ ਕੀਤੀ ਹੈ। ਵਿਰਲੇ ਵਿਰਲੇ ਇਹ ਗਿਆਨ ਲੈ ਕੇ ਇਹ ਭਗਤੀ ਕਰਦੇ ਨੇ, ਪਰ ਜਿਹੜੇ ਫਿਰ ਕਰਦੇ ਨੇ ਜਿੱਥੇ ਵਸਦੇ ਨੇ ਜਾ ਕੇ ਉਹ ਘਰ ਵੀ ਸੋਭਾ ਵਾਲਾ ਬਣਦਾ ਹੈ। ਜਿਚਰ ਬਸੀ ਪਿਤਾ ਕੈ ਸਾਥ, ਤਿਚਰ ਕੰਤ ਬਹੁ ਫਿਰੈ ਉਦਾਸ। ਜਿੰਨੀ ਦੇਰ ਸਾਡੀ ਸੁਰਤੀ ਜਿਹੜੀ ਇਸ ਕਾਲ ਦੇ ਦੇਸ਼ ਦੇ ਵਿੱਚ ਸੀ, ਉਨੀ ਦੇਰ ਪ੍ਰਭੂ, ਕਿਉਂਕਿ ਪ੍ਰਭੂ ਦੇ ਨਾਲ ਮਿਲਾਪ ਨਹੀਂ ਸੀ, ਪ੍ਰਭੂ ਵੀ ਸਾਡੀ ਜਿਹੜਾ ਆਤਮ ਰਾਮ ਹੈ ਉਹ ਵੀ ਉਦਾਸ ਸੀ। ਕਰ ਸੇਵਾ ਸਤਪੁਰਖ ਮਨਾਇਆ। ਫਿਰ ਕੀ ਹੋਇਆ? ਕਹਿੰਦੇ ਸੇਵਾ ਕੀਤੀ, ਸਤਪੁਰਖ ਨੂੰ ਮਨਾ ਲਿਆ। ਗੁਰ ਆਣੀ ਘਰ ਮਾਹੇ ਤਾਂ ਸਰਬ ਸੁਖ ਪਾਇਆ। ਫਿਰ ਕਹਿੰਦੇ ਗੁਰ ਦੇ ਗਿਆਨ ਦੁਆਰਾ ਅਸੀਂ ਆਪਣੇ ਘਰ ਵਿੱਚ ਆਏ, ਕਿਉਂਕਿ ਜਿੰਨੀ ਦੇਰ ਪੇਕੇ ਹੈ, ਸੰਸਾਰ ਪੇਕੇ ਹੈ, ਅਤੇ ਉਹ ਸਾਡੇ ਸਹੁਰੇ ਨੇ। ਜਿਵੇਂ ਲੜਕੀ ਜਦੋਂ ਪਿਤਾ ਕੋਲ ਵਸਦੀ, ਪੇਕੇ ਘਰ ਵਸਦੀ ਹੈ, ਅਤੇ ਫਿਰ ਕੰਤ ਕਿੱਥੇ ਹੁੰਦਾ ਹੈ? ਉਸਦੇ ਸਹੁਰੇ ਘਰ। ਫਿਰ ਕਹਿੰਦੇ ਸਤਪੁਰਖ ਨੂੰ ਮਨਾਇਆ, ਫਿਰ ਗੁਰ ਨੇ ਉਸ ਘਰ ਦੇ ਵਿੱਚ ਸਾਨੂੰ ਵਸਾ ਦਿੱਤਾ। ਗੁਰ ਆਣੀ ਘਰ ਮਹਿ ਤਾਂ ਸਰਬ ਸੁਖ ਪਾਇਆ। ਫਿਰ ਕਹਿੰਦੇ ਸਰਬ ਸੁਖ ਪ੍ਰਾਪਤ ਹੋਇਆ, ਕਿਉਂਕਿ ਉਸ ਪ੍ਰਭੂ ਦੇ ਨਾਲ ਮਿਲਾਪ ਹੋ ਗਿਆ। ਇਸ ਮਾਇਆ ਨੂੰ ਛੱਡਿਆ, ਇਸ ਕਾਲ ਦੇ ਦੇਸ਼ ਨੂੰ ਛੱਡਿਆ, ਅਤੇ ਕਿੱਥੇ ਵਾਸਾ ਕੀਤਾ? 10ਵੇਂ ਦੁਆਰ 'ਚ, ਥਿਰ ਘਰ ਦੇ ਵਿੱਚ, ਨਿਜ ਘਰ ਦੇ ਵਿੱਚ। ਬਤੀ ਹੀ ਸੁਲੱਖਣੀ ਸੱਚ ਸੰਤਤ ਪੂਤ। ਕਹਿੰਦੇ ਸੱਚ ਦੇ ਜਿਹੜੇ ਪੁੱਤਰ ਨੇ, ਜਿਨ੍ਹਾਂ ਨੂੰ ਆਪਾਂ ਸੰਤ ਕਹਿ ਦਿੰਦੇ ਹਾਂ, ਸ਼ੁਭ ਲੱਖਣ ਨੇ। ਇੱਕ ਨਹੀਂ, ਦੋ ਨਹੀਂ, ਬਹੁਤ ਸਾਰੇ ਉਹਨਾਂ ਦੇ ਅੰਦਰ ਸ਼ੁਭ ਲੱਛਣ ਹੁੰਦੇ ਨੇ। ਜਿਵੇਂ ਕੁਛ ਕੁਲੱਖਣ ਕਹਿ ਦਿੰਦੇ ਨੇ, ਮਾੜੇ ਲੱਛਣ ਕਹਿ ਦਿੰਦੇ, ਬੁਰੇ ਲੱਛਣ ਕਹਿ ਦਿੰਦੇ। ਕੁਛ ਸ਼ੁਭ ਲੱਛਣ ਨੇ ਜਿਹੜੇ ਫਿਰ ਸੱਚ ਸੰਤਾਂ ਦਾ ਸੰਗ ਕਰਕੇ ਗਿਆਨ ਲੈ ਲੈਂਦੇ ਨੇ,
ਉਹਨਾਂ ਦੇ ਅੰਦਰ ਵੀ ਇਹ ਲੱਛਣ ਪ੍ਰਗਟ ਹੋ ਜਾਂਦੇ ਨੇ। 32 ਇੱਥੇ ਗਿਣਤੀ ਵੀ ਦੱਸੀ ਹੈ ਕਿ 32 ਸੁਲੱਖਣੀ ਸੱਚ ਸੰਤਤ ਪੂਤ। ਸੰਤ ਜਨ ਗਿਆਨ ਦੁਆਰਾ ਫਿਰ ਪੈਦਾ ਹੋ ਪ੍ਰਗਟ ਹੁੰਦੇ ਨੇ। ਆਗਿਆਕਾਰੀ ਸੁਗੜ ਸਰੂਪ, ਪਤਨੀ ਹੈ, ਘਰ ਦੇ ਵਿੱਚ ਬੱਚਿਆਂ ਨੂੰ ਜਨਮ ਦਿੰਦੀ ਹੈ। ਇੱਦਾਂ ਸੰਤਾਂ ਨੂੰ ਅੱਗੇ ਗਿਆਨ ਦੇ ਕੇ ਸੰਤ ਪ੍ਰਗਟ ਕਰਦੀ ਹੈ, ਸੰਤ ਉਭਾਰਦੀ ਹੈ। ਤੇ ਆਗਿਆਕਾਰੀ, ਪ੍ਰਭੂ ਦੀ ਆਗਿਆ ਦੇ ਵਿੱਚ ਚੱਲਦੀ ਹੈ। ਸੁਗੜ ਸਰੂਪ, ਇਸ ਕਰਕੇ ਉਹ ਸਿਆਣੀ ਵੀ ਹੈ, ਸੁੰਦਰ ਵੀ ਹੈ। ਇੱਛ ਪੂਰੇ ਮਨ ਕੰਤ ਸੁਆਮੀ, ਕਹਿੰਦੇ ਹੁਣ ਫਿਰ ਪ੍ਰਭੂ ਕੰਤ ਸੁਆਮੀ ਉਹ ਇੱਛਾ ਪੂਰੀ ਕਰਦਾ ਹੈ ਸਾਡੀ, ਜਦੋਂ ਅਸੀਂ ਉਹਦੇ ਆਗਿਆ ਦੇ ਵਿੱਚ ਚੱਲਦੇ ਹਾਂ। ਸਗਲ ਸੰਤੋਖੀ ਦੇਰ ਜਠਾਨੀ, ਇਹ ਜਿਹੜੀ ਦੇਰ ਜਠਾਨੀ ਹੈ, ਇਹ ਜਿਹੜੇ ਤ੍ਰਿਸ਼ਨਾਵਾਂ ਆਸ਼ਾਵਾਂ ਨੇ, ਇਹ ਵੀ ਸੰਤੋਖੇ ਜਾਂਦੇ ਨੇ ਜਦੋਂ ਪ੍ਰਭੂ ਦੇ ਨਾਲ ਮਿਲਾਪ ਹੋ ਜਾਂਦਾ ਹੈ, ਸੱਚੇ ਘਰ ਵਿੱਚ ਵਾਸਾ ਹੋ ਜਾਂਦਾ ਹੈ। ਕਿਉਂਕਿ ਸੱਚੇ ਘਰ ਦੇ ਵਿੱਚ ਕੀ ਹੈ? ਸੰਤੋਖ, ਨਾਮ, ਮਾਲਕ ਆਪ, ਉਸਦੀ ਵਡਿਆਈ ਵਿਚਾਰ। ਇੱਧਰ ਮਾਇਆ ਹੈ, ਇੱਧਰ ਸੰਤੋਖ ਨਹੀਂ। ਤ੍ਰੈ ਗੁਣਾਂ ਦੇ ਵਿੱਚ ਸੰਤੋਖ ਨਹੀਂ ਹੈ। ਸਭ ਪਰਿਵਾਰੇ ਮਾਹੇ ਸ੍ਰੇਸ਼ਟ, ਜਿਵੇਂ ਸੰਸਾਰ ਦੇ ਵਿੱਚ ਜਿਹੜੀ ਸਿਆਣੀ ਔਰਤ ਹੈ, ਸਿਆਣੀ ਬਹੂ ਹੈ, ਘਰ ਵਿੱਚ ਆਉਂਦੀ ਹੈ, ਸਿਆਣੀ ਨਾਰ, ਉਹ ਉਸਨੂੰ ਸਾਰੇ ਪਰਿਵਾਰ ਦੇ ਵਿੱਚੋਂ ਸ੍ਰੇਸ਼ਟ ਸਮਝਿਆ ਜਾਂਦਾ ਹੈ। ਇੱਥੇ ਜਿਹੜਾ ਇਹ ਆਪਣਾ ਪਰਿਵਾਰ ਹੈ, ਇਸ ਦੇ ਵਿੱਚ ਜਿਨ੍ਹਾਂ ਨੂੰ ਇਹ ਸੁਕਰਨੀ ਮਾਲਕ ਲਾਉਂਦਾ ਹੈ, ਜਿਹੜੇ ਉਸਦੇ ਆਗਿਆ ਵਿੱਚ ਚੱਲਦੇ ਨੇ, ਉਹ ਸ੍ਰੇਸ਼ਟ ਨੇ। ਜਿਵੇਂ ਆਪਾਂ ਪਹਿਲਾਂ ਹੀ ਵਿਚਾਰ ਕੇ ਆਏ ਹਾਂ, ਸਗਲ ਪੁਰਖ ਮੈਂ ਸ੍ਰੇਸ਼ਟ ਪੁਰਖ, ਸਾਰਿਆਂ ਚੋਂ ਸ੍ਰੇਸ਼ਟ ਜਿਹੜਾ ਹੈ ਪ੍ਰਧਾਨ, ਜਿਹਨੂੰ ਆਪਾਂ ਕਹਿੰਦੇ ਸਗਲ ਪੁਰਖ ਮੈਂ ਪੁਰਖ ਪ੍ਰਧਾਨ। ਮੱਤੀ ਦੇਵੀ ਦੇ ਵਰਜੇਸ਼ਟ, ਫਿਰ ਉਹ ਦੂਜਿਆਂ ਨੂੰ ਵੀ ਮੱਤਾਂ ਦਿੰਦੇ ਨੇ। ਕੋਈ ਹੋਰ ਜੀਵ ਆਉਂਦਾ ਹੈ, ਉਹਨਾਂ ਨੂੰ ਵੀ ਮੱਤ ਦਿੰਦੇ ਹੈ। ਜਿਵੇਂ ਘਰ ਦੇ ਵਿੱਚ ਔਰਤ ਹੈ, ਆਪਣੇ ਜੇਠ ਦੇਵਰ ਨੂੰ ਵੀ ਮੱਤ ਦਿੰਦੀ ਹੈ, ਕਿਉਂਕਿ ਉਸ ਦਾ ਸਤਿਕਾਰ ਵੀ ਕਰਦੇ, ਉਸਨੂੰ ਪਤਾ ਹੈ ਕਿ ਇਹ ਸਿਆਣੀ ਹੈ। ਇੱਦਾਂ ਹੀ ਇੱਥੇ ਫਿਰ ਕੋਈ ਵੀ ਵੱਡਾ ਛੋਟਾ ਜੋ ਵੀ ਆਉਂਦਾ ਹੈ, ਉਹਨਾਂ ਨੂੰ ਗਿਆਨ ਦਿੱਤਾ ਜਾਂਦਾ ਹੈ। ਧਨ ਸੁਗ੍ਰਹਿ ਜਿਤ ਪ੍ਰਗਟੀ ਆਏ, ਕਹਿੰਦੇ ਉਹ ਧਨ ਹੈ ਘਰ ਜਿੱਥੇ ਇਹ ਪ੍ਰਗਟ ਹੋ ਜਾਂਦੀ, ਜਿਨ੍ਹਾਂ ਦੇ ਅੰਦਰ ਇਹ ਸੱਚੀ ਕਰਨੀ ਪ੍ਰਗਟ ਹੋ ਜਾਂਦੀ। ਗੁਰ ਨੂੰ ਮਿਲ ਕੇ ਜਨ ਨਾਨਕ ਸੁਖ ਹੈ ਸੁਖ ਵਿਹਾਏ, ਫਿਰ ਸੁਖ ਹੀ ਸੁਖ ਹੈ। ਜਿਵੇਂ ਜਿਹੜੇ ਘਰ ਵਿੱਚ ਆ ਕੇ ਚੰਗੀ ਔਰਤ ਬਸ ਜਾਂਦੀ ਹੈ, ਆਗਿਆਕਾਰੀ ਹੈ, ਸਿਰਫ ਸਤੀ ਹੈ, ਆਪਣੇ ਪਤੀ ਦੀ ਆਗਿਆ ਦੇ ਵਿੱਚ ਹੈ, ਭਗਤੀ ਕਰਦੀ ਹੈ, ਆਪਣੇ ਪਤੀ ਦੇ ਨਾਲ ਪਿਆਰ ਕਰਦੀ ਹੈ, ਉਸਦੀ ਸੇਵਾ ਕਰਦੀ ਹੈ, ਹੁਕਮ ਵਿੱਚ ਚੱਲਦੀ ਹੈ, ਆਪ ਵੀ ਚੱਲਦੀ ਹੈ, ਦੂਜਿਆਂ ਨੂੰ ਵੀ ਚੰਗੀ ਮੱਤ ਦਿੰਦੀ ਹੈ, ਉਹ ਘਰ ਸਵਰਗ ਬਣ ਜਾਂਦਾ ਹੈ। ਇੱਦਾਂ ਹੀ ਜਿਸ ਅੰਦਰ ਇਹ ਗਿਆਨ ਪ੍ਰਗਟ ਹੋ ਜਾਂਦਾ ਹੈ, ਉਹ ਫਿਰ ਘਰ ਗ੍ਰਹਿ ਸੋਭਾਵੰਤ ਹੋ ਜਾਂਦਾ ਹੈ। ਫਿਰ ਸੁੱਖ ਹੀ ਸੁੱਖ ਨੇ, ਲੋਕ ਵੀ ਸੁਖੀ ਤੇ ਪਰਲੋਕ ਵੀ ਸੁਹੇਲਾ ਹੈ। ਇਹ ਪ੍ਰਥਾ ਹੈ। ਜਿਵੇਂ ਸੰਸਾਰਿਕ ਉਦਾਹਰਨ ਦੇ ਕੇ ਗੱਲ ਕਿਸ ਦੀ ਹੈ? ਸਾਡੀ ਸੁਰਤੀ ਦੀ, ਮਨ ਦੀ। ਪਤੀ ਕੌਣ ਹੈ? ਪ੍ਰਭੂ। ਪੇਕੇ ਕਿਹੜੇ ਨੇ? ਇਹ ਮਾਇਆ ਦਾ ਦੇਸ਼। ਸਹੁਰੇ ਕਿਹੜੇ ਨੇ? ਨਿਰੰਕਾਰ ਦਾ ਦੇਸ਼। ਇਸ ਤਰੀਕੇ ਦੇ ਨਾਲ ਇਹ ਸਾਨੂੰ ਪ੍ਰਥਾਏ ਬੋਲੀ ਹੋਈ ਸਾਖੀਆਂ ਨੇ, ਨੂੰ ਕਹਿੰਦੇ ਪ੍ਰਥਾਏ ਸਾਖੀ। ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੇ, ਗੁਰਮੁਖ ਹੋਵੇ ਸੋ ਪਾਉ ਕਰੇ, ਆਪਣਾ ਆਪ ਪਛਾਣੇ। ਕਹਿੰਦੇ ਫਿਰ ਆਪਣਾ ਗੁਰ ਪ੍ਰਸਾਦੀ ਜੀਵਤ ਮਰੈ, ਤਾਂ ਮਨ ਹੀ ਤੇ ਮਨ ਮਾਨੈ। ਗੁਰ ਦਾ ਗਿਆਨ ਲੈ ਕੇ ਜੀਵਤ ਮਰਦਾ ਹੈ, ਪਰ ਮਨ
ਕਿਹੜਾ ਜਿਹੜਾ ਮਰਿਆ ਉਸ ਤੋਂ ਪੁੱਛ ਕੇ ਗਿਆਨ ਲੈ ਕੇ ਫਿਰ ਮਨ ਮਰਦਾ ਹੈ, ਫਿਰ ਉਹ ਮੰਨਦਾ ਹੈ। ਜਿਨ ਕੋ ਮਨ ਕੀ ਪ੍ਰਤੀਤ ਨਾਹੀ, ਨਾਨਕ ਸੇ ਕੈ ਕਥੈ ਗਿਆਨੀ। ਜਿਨ੍ਹਾਂ ਨੂੰ ਮਨ ਦਾ ਹੀ ਪਤਾ ਨਹੀਂ, ਉਹ ਗਿਆਨ ਵੀ ਨਹੀਂ ਪ੍ਰਗਟ ਕਰ ਸਕਦੇ, ਕਿਉਂਕਿ ਉਹ ਸਿੱਧਾ ਤ੍ਰੈ ਗੁਣਾਂ ਦੇ ਵਿੱਚ ਹੀ ਬਾਣੀ ਵਿਚਾਰਦੇ ਨੇ। ਲੇਕਿਨ ਬਾਣੀ ਤ੍ਰੈ ਗੁਣਾਂ ਦੀ ਉਦਾਹਰਨ ਦੇ ਕੇ ਗੱਲ ਕਿਸ ਦੀ ਕਰਦੀ ਹੈ? ਪਰਮੇਸ਼ਰ ਦੀ ਤੇ ਸਾਡੇ ਮਨ ਦੀ, ਸ਼ਬਦ ਦੀ ਤੇ ਸੁਰਤ ਦੀ। ਸੋ ਪਿਆਰਿਓ, ਆਓ ਆਪਾਂ ਹੁਣ ਨਾਲ ਧਿਆਨ ਲਗਾਈਏ। ਥੋੜ੍ਹਾ ਲੇਟ ਹੋ ਗਏ, ਲੰਬੇ ਹੋ ਗਏ ਵਿਚਾਰ। ਅੱਜ ਆਪਾਂ ਅਭਿਆਸ ਹੀ ਕਰਾਂਗੇ, ਕੱਲ੍ਹ ਨੂੰ ਆਪਾਂ ਫਿਰ ਜੁਗਤੀ ਵੀ ਲਾਵਾਂਗੇ। ਅੱਜ ਹੁਣ ਥੋੜ੍ਹਾ ਸਮਾਂ ਜ਼ਿਆਦਾ ਹੋ ਗਿਆ। ਆਓ ਅਭਿਆਸ ਕਰਦੇ ਹਾਂ। ਆਓ ਸਾਰੇ ਨੇਤਰ ਸਮ ਕਰਕੇ ਆਪਣੇ ਆਪ ਨੂੰ ਪਹਿਲਾਂ ਦੇਖੀਏ। ਦੇਖਣਾ ਕੀ ਹੁੰਦਾ ਹੈ ਕਿ ਸਾਡੇ ਮੁੱਖ 'ਤੇ ਕਿਤੇ ਮੈਲ ਤਾਂ ਨਹੀਂ ਲੱਗੀ। ਸਾਡੀ ਜੋਤ ਸਾਨੂੰ ਨਿਰਮਲ ਨਜ਼ਰ ਆਉਂਦੀ ਹੈ। ਜੇ ਮੈਲ ਹੈ, ਆਪਾਂ ਧੋਣੀ ਹੈ, ਧੋ ਕੇ ਫਿਰ ਦੇਖਣਾ ਹੁੰਦਾ ਹੈ, ਨਿਰਮਲ ਕਰਨਾ ਹੈ ਮਨ ਨੂੰ। ਕਿਉਂਕਿ ਸੰਸਾਰ 'ਚ ਵਿਚਰਦੇ ਮੈਲ ਲੱਗਦੀ ਹੈ, ਲੇਕਿਨ ਸਾਡੇ ਕੋਲ ਧੋਣ ਨੂੰ ਪਤਾ ਲੱਗ ਗਿਆ ਹੈ ਕਿ ਕਿੱਥੇ ਜਾ ਕੇ ਆਪਾਂ ਧੋਣਾ ਹੈ, ਕਿੱਥੇ ਮਨ ਦਾ ਇਸ਼ਨਾਨ ਕਰਨਾ ਹੈ। ਉੱਥੇ ਆਪਾਂ ਧਿਆਨ ਲਾ ਕੇ ਮਨ ਨੂੰ ਨਿਰਮਲ ਕਰ ਲੈਣਾ ਹੈ। नीचे ले जो ध्यान, फिर सम करके देखिए अपने आप ਨੂੰ। फिर नीचे लाए जो ध्यान,
और सामने लेके आइए ध्यान। मस्तक दे सामने लै जो, पलका उत्ते चुक दो। फिर सामने लेके आइए। फिर नीचे लै जो ध्यान।
ਸਮ ਕਰਕੇ ਦੇਖੇ ਆਪਣੇ ਆਪ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰਮੁਖ ਪਿਆਰਿਓ, ਇੱਦਾਂ ਆਪਾਂ ਗੁਰ ਦਾ ਗਿਆਨ ਲੈ ਕੇ ਹਉਮੈ ਨੂੰ ਤਿਆਗ ਦੇਣਾ ਹੈ ਅਤੇ ਲੋਕਾਂ ਦੀ ਰੀਤ ਨੂੰ ਛੱਡਣਾ ਹੈ, ਕਿਉਂਕਿ ਆਪਾਂ ਉਹ ਕਰਨਾ ਹੈ ਜਿਹੜਾ ਸਾਨੂੰ ਗੁਰੂ ਸਾਹਿਬ ਜੀ ਕਹਿੰਦੇ ਨੇ। ਅਸੀਂ ਗੁਰੂ ਦੀ ਮੰਨਣੀ ਹੈ, ਨਾ ਕਿ ਲੋਕਾਂ ਦੀ। ਫਿਰ ਮਾਲਕ ਸਾਡੇ ਤੇ ਖੁਸ਼ ਹੁੰਦਾ ਹੈ। ਤ੍ਰੈ ਗੁਣ ਛੱਡ ਕੇ ਅਸੀਂ ਵੈਰ ਵਿਰੋਧ ਨਫ਼ਰਤ ਛੱਡਣੀ ਹੈ। ਅਸੀਂ ਸਾਰਿਆਂ ਦੇ ਅੰਦਰ ਉਸ ਜੋਤ ਨੂੰ ਜਾਣਨਾ ਹੈ ਜੋ ਸਾਰਿਆਂ 'ਚ ਇੱਕੋ ਜੋਤ ਹੈ। ਸਭ ਮੈਂ ਜੋਤ ਜੋਤ ਹੈ ਸੋਏ। ਸਤਿਗੁਰੂ ਸਾਨੂੰ ਉਸ ਅਵਸਥਾ 'ਚ ਲੈ ਕੇ ਜਾਣਾ ਚਾਹੁੰਦੇ ਨੇ ਜਿੱਥੇ ਆਪਾਂ ਨੂੰ ਸਾਰਿਆਂ 'ਚ ਹੀ ਮਾਲਕ ਦਿਸੇ। ਪਰ ਕਿਵੇਂ ਦਿਸਦਾ ਹੈ? ਜਾ ਕਾ ਮਨ ਹੋਏ ਸਗਲ ਕੀ ਰੀਨਾ, ਹਰ ਹਰ ਨਾਮ ਤੇ ਨਾ ਘਟ ਘਟ ਚੀਨਾ। ਆਪਣੇ ਆਪ ਮਨ ਨੂੰ ਨੀਵਾਂ ਰੱਖਣਾ, ਸਾਰਿਆਂ ਦੇ ਚਰਨਾਂ ਦੇ ਵਿੱਚ ਦੇਖਣਾ, ਪੈਰਾਂ ਵੱਲ ਦੇਖਣਾ, ਤੇ ਫਿਰ ਸਾਨੂੰ ਘਟ ਘਟ ਦੇ ਵਿੱਚ ਮਾਲਕ ਦਿਸਦਾ ਹੈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਉਸ ਅਵਸਥਾ ਦੇ ਵਿੱਚ ਸਾਨੂੰ ਸਤਿਗੁਰੂ ਜੀ ਲੈ ਕੇ ਜਾਣਾ ਚਾਹੁੰਦੇ ਨੇ ਕਿ ਮੇਰਾ ਹੀ ਰੂਪ ਤੁਸੀਂ ਸਾਰਿਆਂ 'ਚ ਮੈਨੂੰ ਦੇਖੋ। ਮੈਂ ਸਾਰਿਆਂ 'ਚ ਵਸਦਾ, ਸਭ ਘਟ ਮੇਰੇ ਹੋ ਸਭਨਾ ਅੰਦਰ। ਸਾਰੇ ਸਰੀਰ ਮੇਰੇ ਨੇ, ਸਾਰਿਆਂ ਦੇ ਵਿੱਚ ਮੈਂ ਵਸਦਾ ਹਾਂ। ਸੋ ਆਓ ਪਿਆਰਿਓ, ਇਸ ਤਰੀਕੇ ਨਾਲ ਆਪਾਂ ਕਮਾਉਣਾ ਹੈ ਅਤੇ ਸਾਰਿਆਂ 'ਚ ਮਾਲਕ ਨੂੰ ਦੇਖਣਾ ਹੈ। ਇੰਨੀ ਵਿਚਾਰ ਕਰਦੇ ਹਾਂ, ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ। ਆਪ ਸੰਗਤ ਸਤਿਗੁਰੂ ਜੀ ਬਖਸ਼ਣ ਯੋਗ ਹੋ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।